ਹੈਲੋ ਬੱਚੋ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ। ਬੇਟਾ ਜਿਵੇਂ ਕਿ ਆਪਾਂ ਏਰੀਆ ਐਂਡ ਪੈਰਾਮੀਟਰ ਦਾ ਚੈਪਟਰ ਕਰ ਰਹੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੀ ਜਿਹੜੀ ਪ੍ਰੈਕਟਿਸ ਹੈ ਉਹ ਬਹੁਤ ਇੰਪੋਰਟੈਂਟ ਹੈ। ਇਸੇ ਹੀ ਪ੍ਰੈਕਟਿਸ ਨੂੰ ਬੇਟਾ ਆਪਾਂ ਅੱਗੇ ਕੰਟੀਨਿਊ ਕਰਾਂਗੇ। ਉਹਦੇ ਲਈ ਬੇਟੇ ਆਪਾਂ ਕੁਝ ਇੱਕ ਬਹੁਤ ਇੰਟਰਸਟਿੰਗ ਕੁਐਸਚਨ ਆਪਾਂ ਲਵਾਂਗੇ ਪਹਿਲਾਂ, ਤੇ ਤੁਸੀਂ ਦੇਖਣਾ ਹੈ ਕਿ ਉਹ ਜਿਹੜੇ ਕੁਐਸਚਨਸ ਹੈ ਉਹਦੇ ਬਾਰੇ ਪਹਿਲਾਂ ਅੱਛੀ ਤਰ੍ਹਾਂ ਪੜ੍ਹਨਾ ਹੈ, ਫਿਰ ਸੋਚਣਾ ਹੈ। ਆਪਾਂ ਦੇਖੋ ਬੇਟੇ ਇੱਕ ਕੁਐਸਚਨ ਹੈ ਕਿ ਵਿਚ ਫਿਗਰ ਹੈਜ਼ ਗ੍ਰੇਟਰ ਪੈਰੀਮੀਟਰ। ਆਓ ਬੇਟੇ ਆਪਾਂ ਪਹਿਲਾਂ ਇਸ ਦੀ ਇੱਕ ਐਕਟੀਵਿਟੀ ਕਰਕੇ ਦੇਖਦੇ ਹਾਂ ਕਿ ਕਿਵੇਂ ਅਸੀਂ ਦੋ ਫਿਗਰਸ ਦਾ ਜਿਹੜਾ ਹੈ ਉਹ ਪੈਰੀਮੀਟਰ ਹੈ ਉਹ ਅਸੀਂ ਕੈਲਕੂਲੇਟ ਕਰਦੇ ਹਾਂ। ਆਓ ਬੇਟੇ ਦੇਖੋ ਕੀ ਹੈ ਸਾਡੇ ਕੋਲ ਐਕਟੀਵਿਟੀ। ਜੇਕਰ ਤੁਸੀਂ ਦੇਖੋ ਧਿਆਨ ਨਾਲ ਕਿ ਸਾਡੇ ਕੋਲ ਦੇਖੋ ਬੇਟੇ, ਤੁਸੀਂ ਦੇਖ ਰਹੇ ਹੋ ਮੈਂ ਕੀ ਦਿੱਤਾ ਹੋਇਆ ਤੁਹਾਨੂੰ 9 ਮੇਰੇ ਕੋਲ ਵਰਗ ਨੇ। 9 ਕੀ ਹਨ? ਵਰਗ ਨੇ। ਤੇ ਮੈਂ ਮੰਨ ਲਓ ਕਿ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਬੇਟਾ ਇਹਨਾਂ ਵਰਗਾਂ ਨੂੰ ਤੁਸੀਂ ਉਹਦੇ ਨਾਲ ਆਪਣਾ ਇਹਨੂੰ ਅਰੇਂਜ ਕਰਨਾ ਹੈ। ਇਹਨਾਂ ਵਰਗਾਂ ਨੂੰ ਤੁਸੀਂ ਕੀ ਕਰਨਾ ਹੈ? ਕਿਸੇ ਵੀ ਤਰੀਕੇ ਨਾਲ ਅਰੇਂਜ ਕਰਨਾ ਹੈ। ਤਾਂ ਦੇਖੋ ਬੇਟੇ ਇਹਦੇ ਦੋ ਤਰੀਕੇ ਹਨ ਕਿ ਮੰਨ ਲਓ ਆਪਾਂ ਇੱਕ ਤਾਂ ਵੇ ਆਊਟ ਦੇਖੋ ਬੇਟੇ, ਅਸੀਂ ਵੈਸੇ ਤਾਂ ਬਹੁਤ ਸਾਰੇ ਮੈਥਡ ਨੇ ਪਰ ਚਲੋ ਆਪਾਂ ਥੋੜਿਆਂ ਦੀ ਦੋ ਦੀ ਗੱਲ ਕਰਦੇ ਹਾਂ ਕਿ ਅਸੀਂ ਦੇਖੋ ਅਸੀਂ ਇਸ ਨੂੰ ਇਸ ਤਰ੍ਹਾਂ ਨਾਲ ਅਰੇਂਜ ਕਰ ਦਿੱਤਾ। ਇਹ ਵੈਸੇ ਅਲੱਗ-ਅਲੱਗ ਕਲਰ ਦੇ ਬੇਟੇ ਡਿਜ਼ਾਈਨ, ਵੈਸੇ ਇਹਨਾਂ ਦਾ ਕਲਰਸ ਦਾ ਕੁਝ ਨਹੀਂ ਹੈ, ਸਾਰੇ ਕੀ ਹਨ ਬਿਲਕੁਲ ਬਰਾਬਰ ਸਰਵੰਗ ਸਮ ਜਿਵੇਂ ਆਪਾਂ ਦੇਖਿਆ ਸੀ। ਦੇਖੋ ਬੇਟੇ ਇੱਕ ਮੈਥਡ ਤਾਂ ਸਾਡੇ ਕੋਲ ਇਹ ਹੋ ਗਿਆ ਜਿਹਦੇ ਵਿੱਚ ਕੀ ਤੁਹਾਡੇ ਕੋਲ ਕੀ ਬਣ ਗਿਆ ਹੈ, ਇਹ 9 ਵਰਗਾਂ ਨੂੰ ਮਿਲਾ ਕੇ ਇੱਕ ਵੱਡਾ ਵਰਗ ਬਣ ਗਿਆ ਹੈ। ਠੀਕ ਹੈ ਬੱਚੋ। ਤੇ ਦੂਸਰਾ ਇਹਦਾ ਵੇ ਕੀ ਹੋ ਸਕਦਾ ਹੈ, ਦੇਖੋ ਧਿਆਨ ਨਾਲ। ਹੁਣ ਮੇਰੇ ਕੋਲ ਇਹਦੇ ਨਾਲ ਦੇ ਬੇਟੇ 9 ਵਰਗ ਹੋਰ ਹਨ, ਤਾਂ ਦੂਸਰਾ ਇਹਦਾ ਮੰਨ ਲਓ ਮੈਂ ਇਸ ਨੂੰ ਇਸ ਤਰ੍ਹਾਂ ਨਾਲ ਅਰੇਂਜ ਕਰ ਦਿੱਤਾ ਕਿ 5 ਮੈਂ ਇਸ ਤਰ੍ਹਾਂ ਲਗਾ ਦਿੱਤੇ ਤੇ 4 ਜਿਹੜੇ ਹੈ ਮੈਂ ਇਸ ਤਰ੍ਹਾਂ ਆਪਾਂ ਅਰੇਂਜ ਕਰ ਦਿੱਤੇ। ਹੁਣ ਦੇਖੋ ਬੇਟਾ ਧਿਆਨ ਨਾਲ ਕਿ ਆਪਣੇ ਕੋਲ ਇਹ ਦੋ ਸਾਡੇ ਕੋਲ ਬਣ ਗਈਆਂ ਡਿਫਰੈਂਟ ਜਿਹੜੀਆਂ ਸ਼ੇਪਸ ਬਣ ਗਈਆਂ, ਪਰ ਇਹਨਾਂ ਦੋਨਾਂ ਦੀ ਖਾਸੀਅਤ ਕੀ ਹੈ ਕਿ ਆਪਣੇ ਕੋਲ ਦੇਖੋ ਬੇਟੇ ਪਹਿਲੇ ਦੇ ਵਿੱਚ ਵੀ ਕਿੰਨੇ ਹਨ? 9 ਵਰਗ ਹਨ, ਦੂਸਰੇ 'ਚ ਵੀ 9 ਹਨ, ਯਾਨੀ ਇਹਨਾਂ ਦੋਨਾਂ ਦਾ ਖੇਤਰਫਲ ਤਾਂ ਹੈ ਬਰਾਬਰ। ਹੁਣ ਅਸੀਂ ਦੇਖਣਾ ਵੀ ਕੀ ਇਹਨਾਂ ਦੇ ਜਿਹੜੇ ਪੈਰੀਮੀਟਰਸ ਯਾਨੀ ਇਹਨਾਂ ਦਾ ਘੇਰਾ, ਅਸੀਂ ਦੇਖਣਾ ਵੀ ਕੀ ਇਹਨਾਂ 'ਚ ਕੋਈ ਫਰਕ ਹੈ। ਆਓ ਬੇਟਾ ਦੇਖੀਏ, ਕੈਲਕੂਲੇਟ ਕਰੀਏ। ਆਪਾਂ ਮੰਨ ਲੈਂਦੇ ਹਾਂ ਕਿ ਜਿਹੜੇ ਆਪਾਂ 9 ਵਰਗ ਯੂਜ਼ ਕੀਤੇ ਇਹਦੀ ਜਿਹੜੀ ਇੱਕ ਸਾਈਡ ਹੈ ਮੰਨ ਲਓ ਕਿੰਨੀ ਹੈ, ਉਸਦੀ 1 ਇਕਾਈ। ਇਹਦੀ ਲੰਬਾਈ ਬੇਟਾ ਕਿੰਨੀ ਹੈ? 1 ਇਕਾਈ। ਤਾਂ ਦੇਖੋ ਬੇਟੇ ਆਪਣੇ ਕੋਲ ਇਹ ਵਰਗ ਬਣ ਗਿਆ, ਇਹਦੀ ਇੱਕ ਭੁਜਾ ਬੇਟਾ 1 1 ਤੇ 1 ਕਿੰਨੀ ਹੋ ਗਈ? 3 ਇਕਾਈਆਂ। ਤਾਂ ਉਸੇ ਤਰ੍ਹਾਂ ਬੇਟੇ ਇਹਦਾ ਜਿਹੜਾ ਪੈਰੀਮੀਟਰ ਕਿੰਨਾ ਹੋ ਜਾਏਗਾ? ਜਿਹੜੀ ਫਿਗਰ 1 ਹੈ, ਫਿਗਰ 1 ਦਾ ਪਰਿਮਾਪ ਕਿੰਨਾ ਹੋ ਜਾਏਗਾ ਬੇਟੇ? 4 ਗੁਣਾ 3 ਬੇਟੇ 12 ਇਕਾਈਆਂ। ਕਿੰਨਾ ਹੋ ਜਾਏਗਾ? 12 ਇਕਾਈਆਂ। ਤੇ ਹੁਣ ਅਸੀਂ ਦੂਸਰੀ ਜਿਹੜਾ ਸਾਡਾ ਦੂਸਰਾ ਅਰੇਂਜਮੈਂਟ ਹੈ ਅਸੀਂ ਇਹਦੇ ਵੱਲ ਚ ਦੇਖਦੇ ਹਾਂ ਬੇਟਾ। ਇਹਦੇ ਦੇਖੋ ਤੁਸੀਂ ਬੇਟਾ 1 ਤੇ 1 2 ਤੇ ਇੱਧਰ ਬੇਟੇ 3 4 ਤੇ 5, ਯਾਨੀ ਕਿ ਜਿਹੜੇ ਇਹਦੀ ਇੱਕ ਬਾਹਰ ਵਾਲੀ ਜੋ ਆਕ੍ਰਿਤੀ ਬਣ ਰਹੀ ਹੈ ਬੇਟੇ ਇਹਦਾ ਕਿੰਨਾ ਹੈ? 5 ਪੈਰੀਮੀਟਰ 5। ਤੇ ਉਸੇ ਤਰ੍ਹਾਂ ਕਿੰਨੀਆਂ ਹਨ? 1 2 3 4। ਤਾਂ ਆਪਣੇ ਕੋਲ ਬੇਟੇ ਵਿੱਚ ਵਾਲਾ ਜੋ ਇਹਦਾ ਸਾਡੇ ਕੋਲ ਵਰਗ ਹੈ ਉਹ ਕੀ ਹੋਇਆ ਹੈ? ਵਰਗ ਉਹ ਸਾਰਾ ਕਵਰਡ ਇਹਨਾਂ ਚਾਰਾਂ ਉਹਦੇ ਨਾਲ ਹੋਰਾਂ ਨਾਲ ਘਿਰਿਆ ਹੋਇਆ, ਇਸ ਕਰਕੇ ਆਪਾਂ ਨੂੰ ਇਹਦਾ ਜੋ ਪਰਿਮਾਪ ਕੱਢਣ ਦੀ ਲੋੜ ਨਹੀਂ ਹੈ। ਪਰਿਮਾਪ ਜਿਹੜਾ ਕੀ ਹੁੰਦਾ ਬੇਟੇ ਬਿਲਕੁਲ ਜੋ ਬਾਹਰ ਵਾਲੀਆਂ ਸਾਡੇ ਜੋ ਬਾਹਰ ਵਾਲੇ ਕਿਨਾਰੇ ਹੈ ਉਹਨਾਂ ਨੂੰ ਅਸੀਂ ਜੋੜਨਾ ਹੁੰਦਾ ਹੈ। ਤਾਂ ਇਸ ਫਿਗਰ 2 ਦਾ ਪਰਿਮਾਪ ਬੇਟੇ ਕਿੰਨਾ ਹੋ ਗਿਆ ਸਾਡੇ ਕੋਲ? ਹਾਂਜੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਦਾ ਕਿੰਨਾ ਹੈ? 5 ਤੇ ਇਹ ਜੀਆਂ ਕਿੰਨੀਆਂ ਹਨ ਬੇਟੇ ਸਾਡੇ ਕੋਲ? 4। ਤਾਂ ਦੇਖੋ ਬੇਟੇ ਇਹਦਾ ਪਰਿਮਾਪ ਸਾਡੇ ਕੋਲ ਕਿੰਨਾ ਹੋ ਗਿਆ? ਹਾਂਜੀ ਬੱਚਿਓ 20 ਇਕਾਈਆਂ। ਤੇ ਇਹਦਾ ਜਦ ਕਿ ਇੱਥੇ ਆਪਣੇ ਕੋਲ ਜਿਹੜਾ ਪਰਿਮਾਪ ਹੈ ਬੇਟੇ ਉਹ ਕਿੰਨਾ ਸੀ? 12। ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਕੁਐਸਚਨ ਕਿੰਨਾ ਇੰਟਰਸਟਿੰਗ ਹੈ, ਜਿਹਦੇ ਵਿੱਚ ਕੀ ਹੋ ਰਿਹਾ ਹੈ ਸਾਡੇ ਕੋਲ ਜੋ ਆਕ੍ਰਿਤੀਆਂ ਦਾ ਖੇਤਰਫਲ ਬਰਾਬਰ ਹੈ, ਕਿਉਂਕਿ ਦੋਨਾਂ ਦੇ ਵਿੱਚ ਸਾਡੇ ਕੋਲ 9 ਇਹਦਾ ਵੀ 9 ਸੈਂਟੀਮੀਟਰ 9 ਵਰਗ ਇਕਾਈਆਂ ਹੈ, ਇਸ ਦਾ ਵੀ 9 ਕਿਉਂਕਿ 9 ਵਰਗਾਂ ਨਾਲ ਬਣਿਆ ਹੈ। लेकिन देखो बेटा सिर्फ अरेंजमेंट करके
ਦੋਨਾਂ ਦੇ ਜਿਹੜੇ ਪਰਿਮਾਪਾਂ ਦੇ ਵਿੱਚ ਜਿਹੜਾ ਹੈ ਉਹ ਕਿੰਨਾ ਜ਼ਿਆਦਾ ਡਿਫਰੈਂਸ ਹੈ। ਤੇ ਇਸੇ ਤਰ੍ਹਾਂ ਦੇ ਬੇਟੇ ਆਪਾਂ ਹੋਰ ਕੁਐਸਚਨ ਆਪਾਂ ਕਰਦੇ ਹਾਂ। ਤਾਂ ਦੇਖੋ ਧਿਆਨ ਨਾਲ ਹੁਣ ਬਾਕੀ ਕੁਐਸਚਨਸ। ਹਾਂਜੀ, ਤਾਂ ਆਪਣੀ ਸਕਰੀਨ ਤੇ ਹੁਣ ਤੁਸੀਂ ਫਿਰ ਤੋਂ ਦੇਖੋ ਕਿ ਆਪਣੇ ਕੋਲ ਵਿਚ ਏਰੀਆ ਵਿਚ ਫਿਗਰ ਹੈਜ਼ ਗ੍ਰੇਟਰ ਪੈਰੀਮੀਟਰ। ਇਹ ਆਪਾਂ ਹੁਣੇ ਐਕਟੀਵਿਟੀ ਕਰਕੇ ਦੇਖੀ ਹੈ ਕਿ ਇਹਦੇ ਵਿੱਚ ਆਪਾਂ ਦੇਖੀਏ ਦੋਨਾਂ ਚੋਂ ਬੇਟੇ ਕਿਹੜਾ ਫਿਗਰ 1 ਫਿਗਰ 2 ਕਿਹੜਾ ਆਪਣੇ ਕੋਲ ਸੀਗਾ ਫਿਗਰ 2 ਦਾ ਜਿਹੜਾ ਪੈਰੀਮੀਟਰ ਬਰਾਬਰ ਸੀ। ਹੁਣ ਬੇਟੇ ਆਪਾਂ ਇਹਦਾ ਜਿਹੜਾ ਕੁਐਸਚਨ ਲੈਂਦੇ ਹਾਂ। ਇਹ ਮੈਂ ਤੁਹਾਨੂੰ ਪਿਛਲੀ ਵਾਰ ਵੀ ਕੁਐਸਚਨ ਦੱਸਿਆ ਸੀਗਾ ਕਿ ਅਨੂ ਆਪਣੇ ਘਰ ਦੇ ਸਾਹਮਣੇ ਬੇਟਾ ਜਿਹੜਾ ਬਗੀਚਾ ਹੈ ਉਹਦੀਆਂ ਜਿਹੜੀਆਂ 3 ਸਾਈਡਾਂ ਹਨ ਬੇਟੇ ਅਸੀਂ ਜੋੜਨੀਆਂ ਹਨ। ਫਿਰ ਅਸੀਂ ਉਸ ਨੂੰ ਕੀ ਕਰਨਾ ਹੈ 150 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਅਸੀਂ ਬਾੜ ਲਗਾਉਣ ਦਾ ਖਰਚਾ ਜਦੋਂ ਕਿਵੇਂ ਕਰਾਂਗੇ ਅਸੀਂ ਉਸ ਨੂੰ ਮਲਟੀਪਲਾਈ ਕਰ ਦੇਣਾ ਸੀ। ਤਾਂ ਇਹ ਕੁਐਸਚਨ ਆਪਾਂ ਹੁਣ ਦੁਬਾਰਾ ਨਹੀਂ ਲਵਾਂਗੇ ਕਿਉਂਕਿ ਤੁਹਾਨੂੰ ਅੱਛੀ ਤਰ੍ਹਾਂ ਨਾਲ ਪਤਾ ਲੱਗ ਗਿਆ ਹੈ ਕੁਐਸਚਨ। ਹੁਣ ਬੇਟੇ ਅਸੀਂ ਆਪਣਾ ਨੈਕਸਟ ਕਨਸੈਪਟ ਤੇ ਜਾਵਾਂਗੇ ਕਿ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ। ਤੁਸੀਂ ਦੇਖੋ ਬੇਟਾ ਤੁਹਾਡੇ ਕੋਲ ਸਾਹਮਣੇ ਤੁਹਾਨੂੰ ਦਿੱਤਾ ਹੋਇਆ ਬੇਟੇ ਸਮਾਂਤਰ ਚਤੁਰਭੁਜ ABCD। ਉਹਦੀਆਂ ਬੇਟਾ ਆਪਾਂ ਨੂੰ AB ਦੀ ਦਿੱਤੀ ਹੋਈ ਹੈ 7.2 ਸੈਂਟੀਮੀਟਰ ਲੈਂਥ। ਉਸੇ ਤਰ੍ਹਾਂ ਨਾਲ ਬੇਟੇ ਇੱਥੋਂ ਇੱਕ ਲੰਬ ਖਿੱਚਿਆ ਹੋਇਆ CD ਤੇ ਉਸ ਦੀ ਲੰਬਾਈ ਬੇਟਾ ਆਪਾਂ ਨੂੰ ਦਿੱਤੀ ਹੋਈ ਹੈ 4.5 ਸੈਂਟੀਮੀਟਰ। ਤਾਂ ਹੁਣ ਬੇਟੇ ਕੁਐਸਚਨ ਆਪਾਂ ਸਮਾਂਤਰ ਚਤੁਰਭੁਜ ਹਾਂਜੀ ABCD ਦਾ ਖੇਤਰਫਲ ਕੀ ਬੇਟੇ ਫਾਰਮੂਲਾ ਆਪਾਂ ਕੀਤਾ ਸੀ ਆਧਾਰ ਗੁਣਾ ਸ਼ਿਖਰ ਲੰਬ। ਆਧਾਰ ਗੁਣਾ ਸ਼ਿਖਰ ਲੰਬ। ਤਾਂ ਅਸੀਂ ਕੀ ਕਰਨਾ ਹੈ ਬੇਟੇ ਆਧਾਰ ਕਿੰਨਾ ਹੈ ਬੇਟਾ ਆਪਣੇ ਕੋਲ AB ਤੇ ਸ਼ਿਖਰ ਲੰਬ ਕੀ ਹੈ CD। 7.2 ਮਲਟੀਪਲਾਈ ਬਾਈ 4.5। ਤਾਂ ਬੇਟੇ ਹੁਣ ਅਸੀਂ ਇਹਦੀ ਮਲਟੀਪਲੀਕੇਸ਼ਨ ਹੈ ਜਿਹੜੀ ਅਸੀਂ ਕਰਕੇ ਦੇਖ ਲੈਣੀ ਹੈ। ਹਾਂਜੀ ਤੇ ਬੇਟੇ ਅਸੀਂ ਇੱਥੇ 2 ਤੋਂ ਬਾਅਦ ਇੱਥੇ ਡੈਸੀਮਲ ਸਾਡੇ ਕੋਲ ਇੱਥੇ ਜਿਹੜਾ ਹੈ ਡੈਸੀਮਲ ਲੱਗ ਜਾਏਗਾ। ਤਾਂ 22.40 ਇਕਾਈਆਂ ਬੇਟੇ ਅਸੀਂ ਕੀ ਲਿਖਣੀਆਂ ਹਨ ਕਿਉਂਕਿ ਸਾਨੂੰ ਸੈਂਟੀਮੀਟਰ 'ਚ ਦਿੱਤਾ ਹੋਇਆ ਹੈ ਤੇ ਇਕਾਈਆਂ ਸਾਡੇ ਕੋਲ ਸੈਂਟੀਮੀਟਰ ਸਕੁਆਇਰ ਜਾਂ ਤੁਸੀਂ ਕੀ ਲਿਖ ਸਕਦੇ ਹੋ ਵਰਗ ਸੈਂਟੀਮੀਟਰ। ਕੋਈ ਵੀ ਤੁਸੀਂ ਇਹਨਾਂ ਚੋਂ ਇਕਾਈ ਜਿਹੜੀ ਲਿਖਣੀ ਹੈ ਪਰ ਲਿਖਣੀ ਜ਼ਰੂਰ ਹੈ। ਜਦੋਂ ਵੀ ਤੁਸੀਂ ਇਸ ਨੂੰ ਸਵਾਲ ਨੂੰ ਕਰੋਗੇ ਤਾਂ ਬੇਟੇ ਤੁਹਾਨੂੰ ਪੂਰੇ ਮਾਰਕਸ ਮਿਲਣਗੇ। ਜਦ ਤੱਕ ਤੁਸੀਂ ਇਕਾਈਆਂ ਨਹੀਂ ਲਿਖਦੇ ਫਿਰ ਨਹੀਂ ਤਾਂ ਇਹਦੇ ਮਾਰਕਸ ਹੈ ਜਿਹੜੇ ਕੱਟੇ ਜਾਂਦੇ ਆ ਪੇਪਰ 'ਚ। ਹੁਣ ਬੇਟੇ ਨੈਕਸਟ ਆਪਣੇ ਕੋਲ ਕੁਐਸਚਨ ਹੈ ਦਿੱਤੇ ਗਏ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ। ਦੇਖੋ ਬੇਟਾ ਫਿਗਰ ਤੁਹਾਨੂੰ ਦਿੱਤੀ ਹੋਈ ਹੈ ABCD। ਹੁਣ ਬੇਟਾ ਬਹੁਤ ਧਿਆਨ ਨਾਲ ਇਹ ਕੁਐਸਚਨ ਤੁਸੀਂ ਦੇਖਣਾ ਹੈ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਮਾਂਤਰ ਚਤੁਰਭੁਜ ਦੇ ਖੇਤਰਫਲ ਦੀ ਗੱਲ ਕੀਤੀ ਹੈ ਬੇਟੇ ਤਾਂ ਆਪਾਂ ਨੂੰ ਬੜੀ ਜਲਦੀ ਫਾਰਮੂਲਾ ਤਾਂ ਸਾਨੂੰ ਹੁਣ ਇਹਦਾ ਯਾਦ ਹੀ ਹੈ। ਸਮਾਂਤਰ ਚਤੁਰਭੁਜ ਦਾ ਖੇਤਰਫਲ ਬਰਾਬਰ ਹੈ ਕੀ ਹੁੰਦਾ ਹੈ ਬੇਟੇ ਆਧਾਰ ਗੁਣਾ ਸ਼ਿਖਰ ਲੰਬ। ਸ਼ਿਖਰ ਲੰਬ ਪਰ ਹੁਣ ਆਪਾਂ ਦੇਖਣਾ ਕੀ ਹੈ ਬੇਟਾ ਕਿ ਆਧਾਰ ਮੈਨੂੰ ਕਿਹੜਾ ਦਿੱਤਾ ਹੋਇਆ ਬੇਟੇ AB ਪਰ ਲੰਬ ਕਿਹਦੇ ਤੇ ਡਰਾ ਹੋਇਆ ਹੋਇਆ। ਲੰਬ ਦੇਖੋ ਬੇਟਾ ਲੰਬ AB ਤੇ ਨਹੀਂ ਡਰਾ ਹੋਇਆ ਲੰਬ ਕਿਹੜੀ ਭੁਜਾ ਤੇ ਹੋਇਆ ਹੈ CD ਤੇ। ਤਾਂ ਇਹਦਾ ਮਤਲਬ ਜੇਕਰ ਮੈਂ ਇਹ ਵਾਲਾ ਲੰਬ ਯੂਜ਼ ਕਰਦੀ ਹਾਂ ਜਿਹੜਾ 3.5 ਸੈਂਟੀਮੀਟਰ ਦਿੱਤਾ ਹੈ ਤਾਂ ਮੈਨੂੰ ਆਧਾਰ ਕਿਹੜਾ ਯੂਜ਼ ਕਰਨਾ ਪੈਣਾ ਬੇਟਾ CD। ਪਰ ਹੁਣ ਮੈਨੂੰ ਭੁਜਾ ਕਿਹੜੀ ਦਿੱਤੀ ਹੋਈ ਹੈ AB ਲੇਕਿਨ ਮੈਨੂੰ ਚਾਹੀਦੀ ਕਿਹੜੀ ਹੈ CD। ਤਾਂ ਹੁਣ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਵੀ ਜੇ CD ਮੈਂ ਪਤਾ ਕਰਨੀ ਹੈ ਤਾਂ ਮੈਂ ਕਿੱਥੋਂ ਪਤਾ ਕਰਨੀ ਹੈ। ਤਾਂ ਹੁਣ ਫਿਰ ਤੁਹਾਨੂੰ ਬਿਲਕੁਲ ਅੱਛੀ ਤਰ੍ਹਾਂ ਪਤਾ ਹੈ ਸਮਾਂਤਰ ਚਤੁਰਭੁਜ ਬਾਰੇ ਤੁਸੀਂ ਜਾਣਦੇ ਹੋ। ਸਮਾਂਤਰ ਚਤੁਰਭੁਜ ਦੀ ਕੀ ਪ੍ਰੋਪਰਟੀ ਹੁੰਦੀ ਹੈ ਕਿ ਇਹਦੀਆਂ ਸਨਮੁਖ ਭੁਜਾਵਾਂ ਕੀ ਹੁੰਦੀਆਂ ਹਨ ਬਰਾਬਰ ਹੁੰਦੀਆਂ ਹਨ। ਬਰਾਬਰ ਵੀ ਹੁੰਦੀਆਂ ਹਨ ਤੇ ਸਮਾਂਤਰ ਵੀ ਹੁੰਦੀਆਂ ਹਨ। ਤਾਂ ਅਸੀਂ ਪਹਿਲਾਂ ਇੱਥੇ ਲਿਖਾਂਗੇ ਕਿ CD ਬਰਾਬਰ ਹੈ AB। ਕਿਉਂ ਬਰਾਬਰ ਹੈ ਅਸੀਂ ਲਿਖਾਂਗੇ ਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਸਨਮੁਖ ਮਤਲਬ ਸਾਹਮਣੇ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ।
बराबर ਹੁੰਦੀਆਂ ਹਨ। ठीक है बेटे, तो ਇਹਦਾ मतलब CD ਸਾਡੇ ਕੋਲ ਕਿੰਨਾ ਆ ਗਿਆ बेटा 8 सेंटीमीटर। ठीक है जी, ਹੁਣ ਆਪਣਾ ਜਿਹੜਾ ਪ੍ਰੋਬਲਮ ਸੋਲਵ ਹੋ ਗਿਆ। ਹੁਣ ਅਸੀਂ ਲਿਖਾਂਗੇ ਫਾਰਮੂਲਾ कि समांतर चतुर्भुज ਦਾ समांतर चतुर्भुज जे नाम लिख दो तो होर भी अच्छा है। ABCD ਦਾ ਖੇਤਰਫਲ ਫਾਰਮੂਲਾ बेटे ਅਸੀਂ ਲਿਖ ਚੁੱਕੇ ਹਾਂ ਆਧਾਰ ਗੁਣਾ शिखर लंब। ਹੁਣ ਅਸੀਂ ਲਿਖਾਂਗੇ ਆਧਾਰ ਕਿਹੜਾ ਲਿਆ बेटा ਅਸੀਂ CD ਤੇ शिखर लंब बेटे ਸਾਡੇ ਕੋਲ ਇੱਥੇ ਜੇ ਨਾਮ ਨਹੀਂ ਦਿੱਤਾ ਹੋਇਆ ਤਾਂ ਅਸੀਂ ਇਸ ਦਾ ਨਾਮ ਰੱਖ ਸਕਦੇ ਹਾਂ, ਕਿਉਂਕਿ ਇੱਥੇ ਦੇਖੋ ਧਿਆਨ ਨਾਲ ਐਗਜ਼ੈਕਟਲੀ B ਤੋਂ ਸ਼ੁਰੂ ਨਹੀਂ ਹੋ ਰਿਹਾ, ਤਾਂ ਇਹਦਾ ਮਤਲਬ ਅਸੀਂ ਇਹਦਾ ਨਾਮ ਅਲੱਗ ਤੋਂ ਮੰਨ ਲਓ ਅਸੀਂ ਇਹਦਾ ਨਾਮ EF ਰੱਖ ਲੈਂਦੇ ਹਾਂ। ਤਾਂ ਕੀ ਹੈ EF। ਤਾਂ ਇਹ ਤੁਹਾਡੇ ਕੋਲ ਬੇਟੇ ਕਿੰਨਾ ਹੋ ਜਾਂਦਾ ਹੈ CD ਕਿੰਨਾ ਹੈ 8 ਤੇ ਇਹ ਕਿੰਨਾ ਹੈ ਬੇਟੇ 3.5। ਤਾਂ ਦੇਖੋ ਬੇਟੇ ਮਲਟੀਪਲਾਈ 8 5 40, 8 3 24 ਤੇ 4 28, ਇੰਨੇ ਬੇਟੇ ਕੀ ਆ ਜਾਏਗਾ, ਨਾਲ ਕੀ ਲਿਖਾਂਗੇ ਸੈਂਟੀਮੀਟਰ ਸਕੁਆਇਰ। ਤਾਂ ਦੇਖੋ ਬੇਟਾ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹੈ ਇਹਨਾਂ ਦੇ ਵਿੱਚ ਬੜੇ ਧਿਆਨ ਨਾਲ ਅਸੀਂ ਚੈੱਕ ਕਰਨਾ ਹੈ ਕਿ ਸਾਨੂੰ ਜਿਹੜਾ शिखर लंब ਦਿੱਤਾ ਹੋਇਆ ਕਿੱਥੋਂ ਤੋਂ ਕਿੱਥੋਂ ਤੱਕ ਦਿੱਤਾ ਹੋਇਆ। ਠੀਕ ਹੈ ਬੱਚੋ, ਹੁਣ ਬੇਟੇ ਇੱਕ ਬਹੁਤ ਇੰਪੋਰਟੈਂਟ ਆਪਾਂ ਕੁਐਸਚਨ ਕਰ ਰਹੇ ਹਾਂ, ਪੇਪਰ 'ਚ ਕਾਫੀ ਵਾਰੇ ਕੁਐਸਚਨ ਪੁੱਛਿਆ ਜਾਂਦਾ ਹੈ। 2 ਮੀਟਰ ਲੰਬਾ ਅਤੇ 1 ਮੀਟਰ ਚੌੜਾ ਚੌੜਾਈ ਵਾਲਾ ਇੱਕ ਦਰਵਾਜ਼ਾ ਕੰਧ ਵਿੱਚ ਲਗਾਇਆ ਜਾਂਦਾ ਹੈ। ਦੀਵਾਰ ਦੀ ਲੰਬਾਈ 4.5 ਮੀਟਰ ਅਤੇ ਚੌੜਾਈ 3.6 ਮੀਟਰ ਹੈ। 20 ਰੁਪਏ ਪ੍ਰਤੀ ਮੀਟਰ ਸਕੁਆਇਰ 1 ਮੀਟਰ ਸਕੁਆਇਰ ਦੀ ਦਰ ਨਾਲ ਦੀਵਾਰ ਤੇ ਸਫੈਦੀ ਕਰਾਉਣ ਦਾ ਖਰਚਾ ਪਤਾ ਕਰੋ। ਦੇਖੋ ਬੇਟੇ ਇਹਦੀ ਪਹਿਲਾਂ ਵੈਸੇ ਤਾਂ ਜੇ ਤੁਸੀਂ ਆਪ ਵੀ ਫਿਗਰ ਡਰਾ ਕਰ ਸਕਦੇ ਹੋ ਕਿ ਇੱਕ ਸਾਨੂੰ ਦੀਵਾਰ ਦਿੱਤੀ ਹੋਈ ਹੈ ਤੇ ਦੀਵਾਰ ਦੇ ਵਿੱਚ ਬੇਟੇ ਕੀ ਲੱਗਿਆ ਹੋਇਆ, ਦਰਵਾਜ਼ਾ ਲੱਗਿਆ। ਇਹ ਤਾਂ ਚਲੋ ਫਿਗਰ ਆਪਾਂ ਨੂੰ ਕੁਐਸਚਨ ਦੇ ਨਾਲ ਦਿੱਤੀ ਹੋਈ ਸੀ, ਇਸ ਕਰਕੇ ਮੈਂ ਤੁਹਾਡੇ ਇੱਥੇ ਵੀ ਡਰਾ ਕਰ ਲਈ, ਨਹੀਂ ਤਾਂ ਆਪਣੇ ਆਪ ਡਰਾ ਕਰ ਸਕਦੇ ਹਾਂ ਆਪਾਂ ਨੂੰ ਪਤਾ ਹੈ ਨਾ ਦੀਵਾਰ ਬੇਟਾ ਕੀ ਹੁੰਦੀ ਹੈ, ਰੈਕਟੈਂਗੂਲਰ ਹੈ, ਦਿੱਤੀ ਵੀ ਹੋਈ ਹੈ ਉਹਨੇ ਆਪਾਂ ਨੂੰ ਡਾਇਮੈਂਸ਼ਨ, ਤੇ ਉਹਦੇ ਵਿੱਚ ਇੱਕ ਦਰਵਾਜ਼ਾ ਹੈ ਬੇਟਾ, ਦਰਵਾਜ਼ਾ ਵੀ ਰੈਕਟੈਂਗੂਲਰ, ਆਪਾਂ ਇਸ ਦੀ ਖੁਦ ਵੀ ਫਿਗਰ ਡਰਾ ਕਰ ਸਕਦੇ ਹਾਂ। ਚਲੋ ਬੇਟਾ ਆਪਾਂ ਹੁਣ ਡਾਇਮੈਂਸ਼ਨਸ ਲਿਖਦੇ ਹਾਂ। 2 ਮੀਟਰ ਲੰਬਾ ਤੇ 1 ਮੀਟਰ ਚੌੜਾ ਦਰਵਾਜ਼ਾ ਹੈ। ਆ ਦੇਖੋ ਬੇਟੇ 2 ਮੀਟਰ ਲੰਬਾ ਹੈ ਤੇ 1 ਮੀਟਰ ਬੇਟੇ ਕੀ ਹੈ, ਉਹ ਦਰਵਾਜ਼ਾ ਚੌੜਾ ਹੈ। 2 मीटर लंबा और 1 मीटर चौड़ा। वन मीटर ब्रेथ। ठीक है जी, एक मिनट बेटा मैं इनू हाँ जी आप लिखते हैं दोबारा दी डायमेंशनस 2 मीटर ते 1 मीटर। उस तरह नाल दीवार दी बेटा लंबाई कितनी है साडे कोल 4.5 मीटर ते 3.6 मीटर। लो बेटा 4.5 मीटर ਤੇ 3.6 ਮੀਟਰ ਤੇ ਅਸੀਂ ਸਫੈਦੀ ਬੇਟੇ ਕਰਾਉਣੀ ਹੈ 20 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ। ਹੁਣ ਦੇਖੋ ਬੇਟੇ ਜਦੋਂ ਸਫੈਦੀ ਕਰਾਈ ਦੀ ਆਪਾਂ ਦਰਵਾਜ਼ੇ ਤੇ ਤਾਂ ਨਹੀਂ ਨਾ ਕਰਾਣੀ, ਇਹਦਾ ਮਤਲਬ ਅਸੀਂ ਕੀ ਕਰਾਂਗੇ, ਪਹਿਲਾਂ ਦੀਵਾਰ ਦਾ ਖੇਤਰਫਲ ਕੱਢਾਂਗੇ, ਉਹ ਫਿਰ ਦਰਵਾਜ਼ੇ ਦਾ ਬੇਟੇ ਕੱਢਾਂਗੇ ਤੇ ਉਹਦੇ ਚੋਂ ਦਰਵਾਜ਼ੇ ਦਾ ਮਾਈਨਸ ਕਰ ਦਾਂਗੇ, ਬਾਕੀ ਸਾਡੇ ਕੋਲ ਕੀ ਰਹਿ ਜਾਏਗਾ, ਜਿਹੜੇ ਏਰੀਆ ਤੇ ਅਸੀਂ ਕੀ ਕਰਾਣੀ ਹੈ, ਸਫੈਦੀ ਕਰਾਣੀ ਹੈ। ਤਾਂ ਉਹ ਬੇਟਾ ਕਿਵੇਂ ਅਸੀਂ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਕਿ ਦੀਵਾਰ ਦਾ ਖੇਤਰਫਲ ਕੀ ਫਾਰਮੂਲਾ ਬੇਟੇ, ਦੀਵਾਰ ਕਿਸ ਤਰ੍ਹਾਂ ਦੀ ਹੈ, ਆਇਤਾਕਾਰ, ਤਾਂ ਲੈਂਥ ਇਨਟੂ ਬ੍ਰੈਡਥ, ਤਾਂ 4.5 ਮਲਟੀਪਲਾਈ ਬਾय 3.6 ਸੈਂਟੀਮੀਟਰਸ। ਤਾਂ ਬੇਟੇ ਆਪਾਂ ਪਹਿਲੇ ਇਹਦੀ ਮਲਟੀਪਲੀਕੇਸ਼ਨ ਕਰਕੇ ਦੇਖਦੇ ਹਾਂ। ਹੁਣ ਕਈ ਬੱਚੇ ਡੈਸੀਮਲ ਦੀ ਮਲਟੀਪਲੀਕੇਸ਼ਨ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ, ਸਿੰਪਲ ਆਪਾਂ ਮਲਟੀਪਲਾਈ ਕਰ ਲਿਆ ਕਰੋ ਪਹਿਲਾਂ। ਦੇਖੋ ਜਿਵੇਂ 6 5 30, 6 ਚੌਕਾ 24 ਤੇ 3 27, ਫਿਰ ਬੇਟੇ 5 ਤੀਆ 15, 4 ਤੀਆ 12 ਤੇ 1 13, 0 7 5 12, 3 2 5 ਤੇ 6। ਦੇਖੋ ਬੇਟੇ ਇੱਥੇ ਆਪਣੇ ਡੈਸੀਮਲ ਤੋਂ ਬਾਅਦ ਕਿੰਨੇ ਅੰਕਾਂ ਤੋਂ ਬਾਅਦ ਇੱਥੇ ਡੈਸੀਮਲ ਹੈ 2, ਤੇ ਇੱਥੇ ਤੁਸੀਂ ਇੱਥੇ ਡੈਸੀਮਲ 2 ਤੋਂ ਬਾਅਦ ਲਗਾ ਦਿਓ। ਤਾਂ ਸਾਡੇ ਕੋਲ ਬੇਟੇ ਕਿੰਨਾ ਆ ਗਿਆ 16.20, ਕੀ ਲਿਖਾਂਗੇ ਅਸੀਂ ਪਿੱਛੇ, ਮੀਟਰ ਸਕੁਆਇਰ। ਹੁਣ ਅਸੀਂ ਨੈਕਸਟ ਸਟੈਪ ਸਾਡਾ ਕੀ ਹੈ, ਅਸੀਂ ਦਰਵਾਜ਼ੇ ਦਾ ਬੇਟੇ ਖੇਤਰਫਲ ਪਤਾ ਕਰਨਾ ਹੈ। ਦਰਵਾਜ਼ੇ ਦਾ ਖੇਤਰਫਲ ਕਿਸ ਦੇ ਬਰਾਬਰ ਹੋਏਗਾ ਬੇਟੇ, ਦਰਵਾਜ਼ੇ ਦਾ ਖੇਤਰਫਲ 2 ਗੁਣਾ 1 यानी कि 2 मीटर ਸਕੁਆਇਰ। ਸਟੈਪ ਵਾਈਜ਼ ਆਪਾਂ ਕੰਮ ਕਰਾਂਗੇ। ਹੁਣ ਬੇਟੇ ਅਸੀਂ ਦਰਵਾਜ਼ੇ ਨੂੰ ਛੱਡ ਕੇ ਬਾਕੀ ਦੀਵਾਰ ਦਾ ਖੇਤਰਫਲ, ਦਰਵਾਜ਼ੇ ਨੂੰ ਛੱਡ ਕੇ ਬਾਕੀ ਦੀਵਾਰ ਦਾ ਖੇਤਰਫਲ, ਹਾਂਜੀ ਬੇਟਾ ਕੀ ਕਰਾਂਗੇ ਅਸੀਂ, ਇਹ ਸਾਡੇ ਕੋਲ
पूरी दीवार दा सी माइनस की कर देंगे असी ਇਹਦੇ ਵਿੱਚੋਂ 2 माइनस कर देंगे बेटा जो दरवाजे का खेत्रफल है कितना आ गया बेटे 14.20 सेंटीमीटर स्क्वायर ते असी बेटा सॉरी मीटर स्क्वायर ते असी की करानी है असी सफेदी करानी है। हुण बेटे सफेदी कराउण दा तुहानूं जिहड़ा है वो आपां पता कर सकते हैं खर्चा। आ देखो बेटा 1 मीटर स्क्वायर खेत्रफल ते जिहड़ा सफेदी कराउण दा खर्चा बेटे उहने कितना दिता होया सी सानूं स्टेटमेंट देखो 20 रुपए तां असी इत्थे की लिखदे हां बेटा 20 रुपए ते असी बेटे किन्ने चो किन्ना साडा किन्ना दीवार दा बचिया खेत्रफल किन्ना 14.20 तो इत्थे असी लिखता 14.20 मीटर स्क्वायर नूं सफेदी कराउण दा बेटे खर्चा। फिर सिंपल मल्टीप्लीकेशन बेटे गुना हो जाएगी इनू। ठीक है जी किवें असी करांगे मल्टीप्लाई करो इसनूं 2 तो अपने को देखो बेटा जीरोआं लग गईयां 2 दूनी 4 14 दूना 28 ਤੇ ਡੈਸੀਮਲ ਬੇਟੇ 2 ਤੋਂ ਬਾਅਦ ਇੱਥੇ ਸਾਡੇ ਕੋਲ ਡੈਸੀਮਲ ਲੱਗ ਜਾਏਗਾ ਬੇਟਾ ਇੰਨੇ ਰੁਪਏ ਆ ਜਿਹੜਾ ਤੁਹਾਡੇ ਕੋਲ ਖਰਚਾ ਆ ਜਾਏਗਾ ਉਸ ਦੀਵਾਰ ਨੂੰ ਕੀ ਕਰਾਉਣ ਦਾ ਖਰਚਾ ਆ ਜਾਏਗਾ ਸਫੈਦੀ ਕਰਾਉਣ ਦਾ। ਤਾਂ ਇਸ ਤਰ੍ਹਾਂ ਦੇ ਜਿਹੜੇ ਬੇਟੇ ਕੁਐਸਚਨ ਹੈ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ। ਹੁਣ ਬੇਟੇ ਆਪਾਂ ਇੱਕ ਹੋਰ ਕੁਐਸਚਨ ਲੈਣੇ ਆ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਇੱਕ ਆਇਤਾਕਾਰ ਸ਼ੀਟ ਦਾ ਪਰਿਮਾਪ 100 ਸੈਂਟੀਮੀਟਰ ਹੈ जेकर शीट की लंबाई 35 सेंटीमीटर होवे तां चौड़ाई पता करो ते इसका खेत्रफल भी जिहड़ा है वो पता करना है। तो देखो बेटे शीट केड़ी है आयताकार तो आप सब तो पहला असीं की बनावांगे आयत बनावांगे बेटे आयत असीं बना लई। तो उस तो बाद साडे कोल की गिवन है दी लंबाई सानू दित्ती हुई है बेटा 35 सेंटीमीटर ते चौड़ाई सानू नहीं पता। ठीक है यह जिहा क्वेश्चन वैसे आपां पहलां भी कीता सी ਤੇ ਇਹਦੇ ਵਿੱਚ ਪਰ ਆਪਾਂ ਖੇਤਰਫਲ ਹੋਰ ਪਤਾ ਕਰਨਾ ਹੈ ਤਾਂ ਖੇਤਰਫਲ ਸਾਨੂੰ ਪਤਾ ਹੀ ਲੰਬਾਈ ਜਦੋਂ ਅਸੀਂ ਪਤਾ ਕਰ ਲਈ ਤਾਂ ਫਿਰ ਅਸੀਂ ਖੇਤਰਫਲ ਵੀ ਪਤਾ ਕਰ ਲਵਾਂਗੇ। ਹਾਂਜੀ ਆਇਤਾਕਾਰ ਕੀ ਗਿਵਨ ਹੈ ਸਾਡੇ ਕੋਲ ਆਇਤਾਕਾਰ ਸ਼ੀਟ ਦਾ ਪਰਿਮਾਪ ਕਿੰਨਾ ਹੈ ਬੱਚਿਓ 100 ਸੈਂਟੀਮੀਟਰ ਤੇ ਇਸ ਦੀ ਜੋ ਸਾਨੂੰ ਕੀ ਦਿੱਤੀ ਹੋਈ ਹੈ ਉਹਨੇ ਆਪਾਂ ਨੂੰ ਚੌੜਾਈ ਆਇਤਾਕਾਰ ਸ਼ੀਟ ਦੀ ਚੌੜਾਈ कितनी दी हुई है बच्चों 35 सेंटीमीटर ते लंबाई जिहड़ी है उसी पता करनी है। फॉर्मूला तुहानूं याद होएगा की है परिमाप दा फॉर्मूला की है 2 मल्टीप्लाई लेंथ प्लस ब्रेथ इज इक्वल टू 100 सेंटीमीटर। ਇਹਦੇ ਵਿੱਚ बेटे असी L प्लस B कितना है 35 ਤਾਂ अगेन साडे कोल सिंपल इक्वेशन कितना आ गया बेटे 50 सेंटीमीटर तो L कितना आ जाएगा 50 माइनस 35 कितना आ गया बेटे 15 सेंटीमीटर। जिवें कि मैं तुहानूं हमेशा दसदी हुंदी हां बेटा इन्हां सवालां दे विच यू कैन ऑलवेज चैक कि वैदर योर आंसर इज करैक्ट और नॉट। आपां देख सकते हैं देखो बेटे इत्थे जे अपने कोल 15 सेंटीमीटर आ गया तुसीं फटाफट इहदा परिमाप कढ के देख लवो 35 ਤੇ 15 बेटे किन्ने हुंदे 50 50 ਦਾ दुगना बेटा किन्ना हो गया 100 ਤੇ 100 ਹੀ ਆਪਾਂ ਨੂੰ ਦਿੱਤਾ। ਦੇਖੋ ਇਹਦਾ ਆਪਣਾ ਕੁਐਸਚਨ ਬਿਲਕੁਲ ਠੀਕ ਹੈ ਆਪਣਾ ਆਨਸਰ। ਹੁਣ ਤੁਸੀਂ ਇੱਕ ਚੀਜ਼ ਹੋਰ ਇਹਦਾ ਸਟੈਪ ਹਜੇ ਕਰਨਾ ਹੈ ਇੱਕ बेटा मैं ਤੁਹਾਨੂੰ ਹੋਰ ਬਾਰ-ਬਾਰ ਕਹਿੰਨੀ ਹੈ ਕੁਐਸਚਨ ਨੂੰ ਪੂਰਾ ਬਾਰ-ਬਾਰ ਪੜ੍ਹਦੇ ਰਿਹਾ ਕਰੋ। ਕਈ ਵਾਰ ਆਪਾਂ ਇੱਥੇ ਸਵਾਲ ਛੱਡ ਕੇ ਆ ਜਾਂਦੇ ਹਾਂ ਪਰ ਅੱਗੇ ਉਹਨੇ ਹਜੇ ਆਪਾਂ ਨੂੰ ਕੁਝ ਹੋਰ ਵੀ ਪੁੱਛਿਆ ਕਿ ਇਹਦਾ ਖੇਤਰਫਲ ਵੀ ਪਤਾ ਕਰਨਾ ਹੈ ਤਾਂ ਅਸੀਂ ਅੱਗੇ ਕਰਾਂਗੇ बेटे ਆਇਤਾਕਾਰ ਸ਼ੀਟ ਦਾ ਖੇਤਰਫਲ आयताकार शीट का खेत्रफल की फॉर्मूला बेटे L मल्टीप्लाई B यानी कि 35 नूं असीं किहदे नाल मल्टीप्लाई कर देना बेटे 15 नाल 15 आएगा बेटे थोड़ा ठीक है 35 नूं 15 नाल बेटे मल्टीप्लाई कर लो हाँ जी 5 लो बेटे 525 की आ गया वर्ग सेंटीमीटर या सेंटीमीटर स्क्वायर। तो इस तरह के जोड़े बेटे क्वेश्चन है उन्होंने तुसी अच्छी तरह नाल कर सकते हो। उस तो बाद बेटे बड़ा एक इंटरस्टिंग क्वेश्चन तुहाडे लई है फाइंड द एरिया ऑफ द शेडिड रीजन। देखो बेटा तुहानू एक दिती हुई है फिगर उहदे विच ओह कहंदा शेडिड रीजन तुसी देख रहे हो ना जिहदे ते अपना कलर किया होया है असीं इहदा खेत्रफल पता करना है। ਹੁਣ देखो ਆਪਾਂ ਨੂੰ देख के पता लगता है कि की बेटा ना पहला तो ਉਹਦਾ नाम देखो की है जो ਆਪਾਂ ਨੂੰ फिगर दी है शेडिड BEC ते एक
किस तरह की केड़ी इहदी आकृति केड़ी है त्रिभुज, ये भी तुहानू पता है, बिल्कुल ठीक है। पर इस त्रिभुज का सानू चलो खेत्रफल का सानू फॉर्मूला तो आंदा है 1/2 आधार गुना शिखर लंब, पर असी हुण इहदा कित्थों आधार पता करिए ते कित्थों शिखर लंब पता करिए। सब तो पहला देखो बेटे मैं जे आधार की गल करदी हां, आधार किहड़ा है बेटे B तो लैके C तक, पर मैनू इहदी की नहीं पता हैगी हजे, इहदी लंबाई नहीं पता। पर उपर देखो हुण उहने A तो E तक कितना दिता 8 सेंटीमीटर ते E तो D तक बेटे 8, इहदा मतलब पूरी AD बेटे किन्नी 8 जमा 8 कितना हो गया 16, ते अपने कोल ABCD केड़ी आकृति है बेटा आयताकार, जे आ 16 है तो BC भी बेटे किन्नी हो जाएगी 16 सेंटीमीटर, ठीक है। उसी तरह बेटा हुण गल आ गई आधार तो पता लग गया, हुण पर शिखर लंब आ देखो बेटे शिखर लंब इत्थे आपां जे आपां लंब खिंचांगे सानू इहदी नहीं लंबाई पता, पर आपां नूं हुण की पता है कि जिहड़ी आयत हुंदी है बेटा ओहदा हरेक कोण किन्ने दा बेटा 90 डिग्री दा, तां आ AB भी तां की है लंब ही है ना, तो जे आ लंब है तो इत्थे भी की बन गया लंब ही हो गया। जे आ 6 सेंटीमीटर तो आ भी बेटे कितना हो जाएगा 6 सेंटीमीटर। तो हुण असीं इहनूं करना किवें है बेटे प्रश्न नूं, सब तो पहला असीं लिखांगे, पहला असीं पूरी AD दी लंबाई पता करांगे बेटे 8 सेंटीमीटर जमा 8 सेंटीमीटर कितनी आ गई 16 सेंटीमीटर। फिर असीं लिखांगे कि जिहड़ा BC है दैट इज इक्वल टू AD, यानी ये भी कितना आ गया 16 सेंटीमीटर। उस तो बाद बेटे असीं लिखांगे कि असीं इहदे ते जिहड़ा लंब त्रिभुज BEC दे शिखर लंब दी लंबाई कितनी होएगी, शिखर लंब दी लंबाई कितनी होएगी बेटा, जिन्नी एदी की है मैं तुहानू समझाया सी जिन्नी AB है, यानी कि कितनी है 6 सेंटीमीटर। तो हुण असीं इहदा की पता कर लेना है, एरिया पता कर लेना है। त्रिभुज BEC दा खेत्रफल फॉर्मूला बेटे आपां नूं पता है 1/2 गुना आधार गुना शिखर लंब। हुण बेटे आधार कितना है बेटे आपां पता कर लिया BC कितना सी बेटा अपने कोल 16 सेंटीमीटर, और शिखर लंब बेटे कितना है 6, तो असीं बेटे इसनूं 48 की आ गया बेटा तुहाडे कोल वर्ग सेंटीमीटर। तो शेडिड रीजन का एरिया इन्ना आ गया। हुण मान लो क्वेश्चन कई बार बेटा चेंज करके पाया जा सकता है भी जो बाकी खेत्रफल है शेडिड रीजन नूं छड्ड के बाकी खेत्रफल जे मैं तुहानूं कहां पता करो जो खाली वाइट दिख रहा, फिर किवें करांगे, ਉਹਦੇ ਲਈ ਆਪਾਂ ਨੂੰ ਕੀ ਕੰਮ ਕਰਨਾ ਪੈਣਾ है, आयत ਦਾ ਖੇਤਰਫਲ ਕੱਢ ਲਾਂਗੇ बेटे। आयत ਦਾ ਖੇਤਰਫਲ ਕਿੰਨਾ ਆ ਜਾਏਗਾ 8 × 6 48, 48 ਦੇ ਵਿੱਚੋਂ बेटे ਅਸੀਂ ना सॉरी 8 16 × 6 16 6 96 हो गया ना बेटा, 96 ਦੇ ਵਿੱਚੋਂ बेटे ਅਸੀਂ ਕੀ ਮਾਈਨਸ ਕਰ ਦਾਂਗੇ 48 ਜਿਹੜਾ ਮਾਈਨਸ ਕਰ ਦਾਂਗੇ, ਤੁਹਾਡਾ ਕੀ ਆ ਜਾਏਗਾ। ਜੇਕਰ ਤੁਹਾਨੂੰ ਇਹ ਪੁੱਛ ਲੇ ਕਿ ਜੋ ਬਾਕੀ ਬਚਿਆ ਖੇਤਰਫਲ ਹੈ ਉਹਦਾ ਖੇਤਰਫਲ ਪਤਾ ਕਰੋ। ਹਾਂਜੀ ਇੱਕ ਹੋਰ बेटे ਆਪਾਂ ਕੁਐਸਚਨ ਲੈਣੇ ਆ कि त्रिभुज ਦਾ आधार ਅਤੇ ਉਚਾਈ 3:4 ਦੇ ਅਨੁਪਾਤ ਵਿੱਚ ਹਨ। ਇਸ ਦਾ ਖੇਤਰਫਲ 150 ਸੈਂਟੀਮੀਟਰ ਹੈ। त्रिभुज ਦਾ आधार ਅਤੇ ਉਚਾਈ ਪਤਾ ਕਰੋ। ਹੁਣ ਦੇਖੋ बेटा ਇਸ ਪ੍ਰਸ਼ਨ ਦੇ ਵਿੱਚ ਆਪਾਂ ਕੀ ਕਰਾਂਗੇ, ਚਲੋ ਪਹਿਲਾਂ ਅਸੀਂ ਇੱਕ त्रिभुज ਤਾਂ ਡਰਾ ਕਰ ਲਈਏ ਕਿਉਂਕਿ ਆਪਾਂ ਨੂੰ ਉਹਨੇ त्रिभुज ਦੀ ਗੱਲ ਕੀਤੀ ਹੈ। पर ਹੁਣ ਉਹਨੇ ਆਪਾਂ ਨੂੰ ਦੇਖੋ बेटे ना ਤਾਂ ਇਹਦੀ ਉਚਾਈ ਦਿੱਤੀ ਹੈ ਨਾ ਉਹਨੇ ਇਹਦਾ शिखर लंब कुछ नहीं ਦਿੱਤਾ, सिर्फ ਆਪਾਂ ਨੂੰ ਖੇਤਰਫਲ ਦੇ ਦਿੱਤਾ। पर ਆਪਾਂ ਨੂੰ ਇੱਕ ਚੀਜ਼ ਦੱਸੀ ਹੈ ਆਧਾਰ ਤੇ ਉਚਾਈ ਦਾ बेटा ਕੀ ਦਿੱਤਾ ਹੋਇਆ ਅਨੁਪਾਤ, ਠੀਕ ਹੈ। ਤਾਂ ਅਸੀਂ ਜਦੋਂ ਅਨੁਪਾਤ ਵਾਲੇ ਸਵਾਲ ਆਉਂਦੇ ਆ बेटे ਅਸੀਂ ਉਹਨਾਂ ਦੋਨਾਂ ਜਿੰਨਾ ਚੀਜ਼ਾਂ 'ਚ ਅਨੁਪਾਤ ਦਿੱਤਾ ਹੁੰਦਾ ਅਸੀਂ ਉਹਨਾਂ ਨੂੰ ਮੰਨ ਲੈਂਦੇ ਹਾਂ। ਕਿਵੇਂ ਮੰਨ ਲਓ त्रिभुज ਦਾ ਆਧਾਰ ਕਿੰਨਾ ਹੈ बेटा 3x, ਤੇ ਮੰਨ ਲਓ त्रिभुज ਦੀ ਉਚਾਈ ਕਿੰਨੀ ਹੈ ਬੱਚੇ ਸਾਡੇ ਕੋਲ 4x, ਠੀਕ ਹੈ। यानी असी इनू 4x मान लिया तो ये जी उचाई लंब असी खिंचांगे उन्होंने असी 3x मान लिया। हुण सानू पता है बेटे त्रिभुज का खेत्रफल किहदे बराबर दिता होया उन्हें 150 सेंटीमीटर स्क्वायर गिवन है बेटे आपां नू। फॉर्मूला सानू आंदा है इसदा की है 1/2 गुना आधार गुना शिखर लंब की बेटा 150। हाँ जी बेटे वैल्यू पुट कर दो 3x गुना 4x बराबर है 150, ठीक है बेटा। इत्थों आपां सब तो पहला तुसी 2 नूं चाहे उधर लै जाओ थोड़ा सिंपलीफाई करन लई 3x गुना 4x कितना आ गया बेटा 150 गुना 2, 4 तिया बेटा 12 x स्क्वायर बराबर है 300,
ठीक है बेटे। तो एक्स स्क्वेयर कितना आ गया बेटे तुहाडे कोल 300/12। ठीक है जी, तुसीं इस नूं हुण सॉल्व कर सकते हो। पहला तुसीं इहनूं 3 दे टेबल ते बेटे ते तुहाडे कोल 25 बटा आ गया तुहाडे कोल। हुण आपां नूं पता है एक्स दा स्क्वेयर 25 बेटा किहदा 5 गुना 5 हुंदा 25, यानी असीं नूं 5 दा स्क्वेयर लिख सकते हैं। ਇਹਦਾ मतलब एक्स दा स्क्वेयर बेटे 5 ਦੇ स्क्वेयर ਦੇ बराबर है। तो ਇਹਦਾ मतलब बेटे एक्स कितना आ जाएगा ਤੁਹਾਡੇ ਕੋਲ 5 आ जाएगा। ठीक है बेटे। ਹੁਣ ਜੇ ਆਪਣੇ ਕੋਲ 5 ਆ ਗਿਆ ਇੱਥੇ ਤੁਸੀਂ ਵੈਲਿਊਜ਼ ਪੁੱਟ ਕਰ ਦੋ ਰਾਜੇ। ਆਪਣੇ ਕੋਲ ਅਸੀਂ ਕੀ ਮੰਨਿਆ ਸੀਗਾ ਕਿ ਤ੍ਰਿਭੁਜ ਦਾ ਆਧਾਰ ਕਿਹਦੇ ਬਰਾਬਰ ਹੈ। ਅਸੀਂ ਹੁਣੇ ਆਪਾਂ ਮੰਨਿਆ ਸੀ ਸਭ ਤੋਂ ਪਹਿਲਾਂ ਪਿਛਲੇ ਚ ਦੇਖੋ 3x ਤੇ ਉਚਾਈ 4x ਤੇ x ਦੀ ਵੈਲਿਊ ਕਿੰਨੀ ਹੈ 5। 3x यानी कि 3 गुना 5 बेटे 15 सेंटीमीटर ते त्रिभुज दी जड़ी ऊंचाई है वो असी किन्नी मन्नी सी बेटा 4x, यानी कि 4 गुना 5 किन्नी आ गई बेटा 20 सेंटीमीटर। तुहाडे कोल आंसर आ गया। हुण तुसी मान लो चेक करना चाहते हो अपना सवाल तो तुसी फटाफट एक बार फिर त्रिभुज दा खेत्रफल कढ के देख लो इहदे नाल। ठीक है बेटे, कढ के देखिया सी बई 150 आंदा है तां की देखियो रकम दे विच मैनूं 150 दिता होया सी, दिता होया। तो देखो इन्हां च बेटा इन्हां सवालों दे विच कोई ज़्यादा देखो मैं कुछ इस तरह नहीं किया। मैथमैटिक्स आपां कहने औखा लेकिन दसो कित्थे औखा, आपां कुछ नहीं, आपां नूं सिर्फ एक फॉर्मूला 1/2 आधार गुना शिखर लंब मैनूं याद होना चाहिए सी। वो भी किवें हो जांदा जो तुसीं 5-7 सवाल बेटे कर लैंदे हो ना, अपने आप फॉर्मूले तुहानूं जिहड़े है वो तुहाडे दिमाग 'च आ जांदे। ते जे नहीं भी मान लो किते भुल भी जांदा जो तुसीं फिगर ड्रॉ करदे हो ਉਹਦੇ ਨਾਲ ਆਪਾਂ ਨੂੰ वैसे फॉर्मूले ਜਿਹੜੇ याद आ जांदे आ। तो इस तरह पर बेटा एक चीज़ बड़ी इंपॉर्टेंट है कि जब तक तुसीं इन्हां दी प्रैक्टिस नहीं करोगे फिर जे आपां नूं हुण तां लग रहा तुहानूं देख के कि सवाल आ गया, लेकिन जे तुसीं सीधे पेपर च करन बैठोगे टैसट च करन बैठोगे तो सवाल नहीं निकलदा। इस करके बेटा प्रैक्टिस है जिहड़ी दैट इज़ वेरी वेरी इंपॉर्टेंट। तो मैनूं उम्मीद है बेटे कि तुहानूं लैक्चर अच्छी तरह समझ आया होएगा और इहदे नाल दे क्वेश्चन तुसीं जरूर करके देखोगे। थैंक यू सो मच।